ਸਲਫਰ ਅਤੇ ਆਕਸੀਜਨ ਨੇ ਮਿਲ ਕੇ SO2 ਬਣਾ ਲਿਆ। ਇਹ ਪਹਿਲਾ ਅਤੇ ਦੂਜਾ ਇਹਦੇ ਨਾਲ ਸੈਪਰੇਟਲੀ ਕੰਬਾਈਨ ਹੋਏ ਆ H2O2 SO2। ਹੁਣ ਇੱਥੇ ਆਕਸੀਜਨ ਦਾ ਮਾਸ ਫਿਕਸ ਹੋ ਗਿਆ, ਇਹਦੇ 'ਚ ਵੀ 2 ਆਕਸੀਜਨ ਕੰਬਾਈਨ ਹੈ, ਇਹਦੇ 'ਚ ਵੀ 2 ਆਕਸੀਜਨ ਕੰਬਾਈਨ ਹੈ, ਕਹਾਣੀ ਖਤਮ। ਹੁਣ ਨੈਕਸਟ ਆਪਣਾ ਜਿਹੜਾ ਸ਼ੁਰੂ ਹੁੰਦਾ ਕਿ ਹਾਈਡਰੋਜਨ ਅਤੇ ਸਲਫਰ ਦੀ ਆਪਸ ਕਿਹੜੀ ਰੇਸ਼ੀਓ ਵਿੱਚ ਉਹ ਹੋਏ ਆ ਕੰਬਾਈਨ, ਅਤੇ ਇਹਨਾਂ ਵਿੱਚ ਕਿਹੜੀ ਰੇਸ਼ੀਓ ਆ, ਬਸ ਉਹ ਕੰਬਾਈਨ ਉਹ ਦੇਖਣੀ ਆ ਦੋਨੋਂ ਰੇਸ਼ੀਓਜ਼। ਜਾਂ ਤਾਂ ਦੋਨੋਂ ਰੇਸ਼ੀਓ ਸੇਮ ਹੋਣਗੀਆਂ ਅਤੇ ਜਾਂ ਦੋਨੋਂ ਇੱਕ ਦੂਸਰੇ ਦਾ ਮਲਟੀਪਲ ਹੋਣਗੀਆਂ। ਕਲੀਅਰ? ਤਾਂ ਵੈਸੇ ਮੈਂ ਐਕਸਪਲੇਨ ਕੀਤਾ ਹੀ ਹੋਇਆ ਇੱਥੇ ਕਿ ਇਨ ਦ ਅਬਵ ਐਗਜ਼ਾਮਪਲ ਵੀ ਹੈਵ ਟੇਕਨ 1 2 3। ਜਦੋਂ ਫਸਟ ਐਲੀਮੈਂਟ ਨੇ ਥਰਡ ਨਾਲ ਕੰਬਾਈਨ ਕੀਤਾ ਤਾਂ ਹਾਈਡਰੋਜਨ ਪਰਆਕਸਾਈਡ ਬਣਾਇਆ, ਹਾਈਡਰੋਜਨ ਪਰਆਕਸਾਈਡ ਅਤੇ ਸਲਫਰ ਡਾਈਆਕਸਾਈਡ, ਜਿਨ੍ਹਾਂ 'ਚ ਆਕਸੀਜਨ ਦਾ ਅਮਾਊਂਟ ਕੀ ਹੋ ਗਈ, ਫਿਕਸ ਹੋ ਗਈ, ਮਾਸ ਕੀ ਹੋ ਗਿਆ, ਫਿਕਸ ਹੋ ਗਿਆ। ਹੁਣ ਫਸਟ ਅਤੇ ਸੈਕਿੰਡ ਮਿਲ ਕੇ H2S ਬਣਾ ਰਹੇ ਆ। ਠੀਕ ਹੈ, ਸਲਫਰ ਅਤੇ ਹਾਈਡਰੋਜਨ ਦੀ ਜਿਹੜੀ ਹੈਗੀ ਹੈ ਰੇਸ਼ੀਓ ਕੀ ਹੋਊਗੀ, ਸੇਮ ਹੋਊਗੀ। ਇਹਨੂੰ ਮੈਂ ਅੱਗੇ ਐਕਸਪਲੇਨ ਕੀਤਾ ਹੋਇਆ ਇਸ ਲਾਈਨ ਨੂੰ ਕਿਵੇਂ ਸੇਮ ਹੋਈ ਆ 1:1। ਠੀਕ ਹੈ, ਹੁਣ H2O2 ਦੇ ਵਿੱਚ 2 ਪਾਰਟ ਆਕਸੀਜਨ ਦੇ ਹਾਈਡਰੋਜਨ ਦੇ ਆ ਅਤੇ 32 ਬਾਈ ਵੇਟ ਆਕਸੀਜਨ ਦੇ, ਕਿਉਂਕਿ ਆਕਸੀਜਨ ਦਾ ਇੱਕ ਦਾ ਵੇਟ ਕਿੰਨਾ ਹੁੰਦਾ 16 ਹੁੰਦਾ, ਤਾਂ 2 ਨੇ 32 ਆ ਗਿਆ। ਸਿਮਿਲਰਲੀ SO2 ਦੇ ਵਿੱਚ ਸਲਫਰ ਇੱਕ ਦਾ ਹੀ 32 ਹੁੰਦਾ, ਤਾਂ 32 ਪਾਰਟ ਬਾਈ ਵੇਟ ਸਲਫਰ ਦੇ ਹੋ ਗਏ, 32 ਬਾਈ ਵੇਟ ਕਿਹਦੇ ਹੋ ਗਏ, ਆਕਸੀਜਨ ਦੇ ਹੋ ਗਏ। ਤਾਂ ਆਕਸੀਜਨ ਫਿਕਸ ਹੋ ਗਈ, ਆਕਸੀਜਨ ਦਾ ਕੰਮ ਖਤਮ ਹੋ ਗਿਆ। ਰੇਸ਼ੀਓ ਆਪਾਂ ਕਿਹਦੀ ਕੱਢਣੀ ਆ, ਸਲਫਰ ਅਤੇ ਹਾਈਡਰੋਜਨ ਦੀ। ਸਲਫਰ ਅਤੇ ਹਾਈਡਰੋਜਨ ਦੀ ਇਹਨਾਂ ਦੋਨਾਂ 'ਚ ਕੱਢੋ ਰੇਸ਼ੀਓ, ਇਹਦੇ 'ਚ 2 ਹੈ, ਇਹਦੇ 'ਚ ਕਿੰਨਾ 32, ਇਹਨਾਂ ਦੋਨਾਂ ਦੀ ਰੇਸ਼ੀਓ ਲੈ ਲਈ ਆਪਾਂ। ਅਤੇ ਜਦੋਂ ਤੁਸੀਂ ਸਲਫਰ ਨੂੰ ਇੱਥੇ ਅੱਗੇ ਰੱਖਿਆ ਅਤੇ ਹਾਈਡਰੋਜਨ ਨੂੰ ਬਾਅਦ 'ਚ ਰੱਖਿਆ, ਤਾਂ ਜਦੋਂ ਤੁਸੀਂ ਸੈਕਿੰਡ ਰੇਸ਼ੀਓ ਕੱਢਣੀ ਆ ਉਦੋਂ ਵੀ ਸੇਮ ਮੈਨਰ 'ਚ ਹੀ ਕੱਢਣੀ ਹੈ ਕਿ ਸਲਫਰ ਨੂੰ ਪਹਿਲਾਂ ਲੈਣਾ ਅਤੇ ਹਾਈਡਰੋਜਨ ਨੂੰ ਬਾਅਦ 'ਚ। ਜੇ ਤੁਸੀਂ ਇੱਥੇ H/S ਕੱਢ ਰਹੇ ਹੋ ਤਾਂ ਇੱਥੇ ਵੀ ਫਿਰ ਤੁਹਾਨੂੰ ਉਹੀ ਆਰਡਰ ਲੈਣਾ ਪਊਗਾ 1:16। ਠੀਕ ਹੈ, ਉਹ ਜਿਵੇਂ ਮਰਜ਼ੀ ਕਰ ਲਓ, ਦੈਟ ਡਜ਼ਨਟ ਮੈਟਰ। ਸਲਫਰ ਟੂ ਹਾਈਡਰੋਜਨ ਦੀ ਰੇਸ਼ੀਓ ਕਿੰਨੀ ਆ ਗਈ, 16:1 ਆ ਗਈ। ਕਲੀਅਰ? ਮੀਨਸ ਜੇ ਇੱਕ ਹਾਈਡਰੋਜਨ ਦਾ ਪਾਰਟ ਹੁੰਦਾ ਤਾਂ ਸਲਫਰ ਦੇ 16 ਪਾਰਟ ਜੁੜਦੇ ਆ ਔਰ ਵਾਈਸ ਵਰਸਾ। ਹੁਣ H2S ਮੀਨਸ ਜਿਹਦੇ ਵਿੱਚ ਪਹਿਲਾ ਅਤੇ ਦੂਜਾ ਐਲੀਮੈਂਟ ਕੰਬਾਈਨ ਹੋਏ ਆ। ਜਦੋਂ ਉਹਨਾਂ ਨੇ ਲਿਖਿਆ ਨਾ ਦ ਰੇਸ਼ੀਓ ਇਨ ਵਿਚ ਦੇ ਡੂ ਸੋ ਮੀਨਸ ਜਿਹੜੇ ਪਹਿਲੇ 2 ਐਲੀਮੈਂਟ ਆ ਜਦੋਂ ਉਹ ਆਪਸ 'ਚ ਕੰਬਾਈਨ ਕਰਦੇ ਆ ਵਿਲ ਬੀ ਦਾ ਸੇਮ ਔਰ ਸਮ ਮਲਟੀਪਲ ਆਫ ਦ ਰੇਸ਼ੀਓ ਇਨ ਵਿਚ ਦੇ ਕੰਬਾਈਨ ਈਚ ਅਦਰ। ਠੀਕ ਹੈ, ਆਪਦੇ ਆਪ 'ਚ ਕੰਬਾਈਨ ਹੋਏ ਆ ਅਤੇ ਜਿਹੜਾ ਤੀਜੇ ਨਾਲ ਕੰਬਾਈਨ ਹੋਇਆ ਉਹ ਰੇਸ਼ੀਓ ਜਿਹੜੀਆਂ ਦੋਨੋਂ ਕੰਪੇਅਰ ਕਰਨੀਆਂ ਤੁਸੀਂ। ਠੀਕ ਹੈ, H2S ਦੇ ਵਿੱਚ 2 ਪਾਰਟ ਹਾਈਡਰੋਜਨ ਦੇ ਹੋ ਗਏ, 32 ਪਾਰਟ ਕਿਹਦੇ ਹੋ ਗਏ, ਸਲਫਰ ਦੇ ਹੋ ਗਏ। ਇਹ ਰੇਸ਼ੀਓ ਵੀ ਜਮਾਂ ਸੇਮ ਆਈ ਆ, ਪਹਿਲੀ ਇਕੁਏਸ਼ਨ ਆ ਗਈ ਆ, ਦੂਜੀ ਇਕੁਏਸ਼ਨ ਆ ਗਈ, ਪਹਿਲੀ ਅਤੇ ਦੂਜੀ ਇਕੁਏਸ਼ਨ ਦੀ ਸੇਮ ਰੇਸ਼ੀਓ ਆ, ਤਾਂ 16 ਨਾਲ 16 ਕੈਂਸਲ ਹੋ ਗਿਆ ਅਤੇ ਆਪਣੇ ਕੋਲ ਐਂਡ 'ਤੇ ਰੇਸ਼ੀਓ ਕਿੰਨੀ ਆ ਗਈ, 1:1। ਅਤੇ ਜੇ 1:1 ਆਉਂਦਾ ਮੀਨਸ ਤੁਹਾਡੀਆਂ ਦੋਨੋਂ ਰੇਸ਼ੀਓ ਸੇਮ ਹੈ। ਜੇ ਤੁਹਾਡਾ ਕੋਈ ਮੰਨ ਲਓ 1:2 ਆ ਗਿਆ ਜਾਂ ਮਤਲਬ ਕੋਈ ਵੀ ਹੋਲ ਨੰਬਰ 'ਚ ਆਉਂਦਾ 3:2 ਅਤੇ ਇਹਦਾ ਮਤਲਬ ਉਹ ਆਪਸ ਦੇ ਵਿੱਚ ਕੋਈ ਨਾ ਕੋਈ ਉਹਨਾਂ ਦਾ ਮਲਟੀਪਲ ਹੋਣਗੀਆਂ ਇਹ ਦੋਨੋਂ ਰੇਸ਼ੀਓ। ਸਮਝ ਲੱਗ ਗਈ? then next is last 5th law, Gay-Lussac's law. This is very simple. Under similar conditions of temperature and pressure, whenever gases react together, the volume of the reacting gases as well as the products bears a simple whole number ratio. तो कहते ਜਦੋਂ ਆਪਾਂ ਕੋਈ ਰਿਐਕਸ਼ਨ ਕਰਾਉਂਦੇ ਹਾਂ ਗੈਸਸ ਦੀ, ਠੀਕ ਹੈ, ਕੰਡੀਸ਼ਨ ਸੇਮ ਹੋਣ। ਠੀਕ ਹੈ, ਇਹ ਨਹੀਂ ਹੈਗਾ ਤੁਸੀਂ ਕੰਡੀਸ਼ਨਸ ਚੇਂਜ ਕਰਤੀਆਂ ਕਿ ਪਹਿਲਾਂ ਟੈਂਪਰੇਚਰ ਮੰਨ ਲਓ ਤੁਸੀਂ ਸੀਗਾ ਲਿਆ ਹੈਗਾ 25 ਡਿਗਰੀ, ਫਿਰ ਤੁਸੀਂ 30 ਡਿਗਰੀ ਕਰ ਲਿਆ। ਟੈਂਪਰੇਚਰ ਜਿੰਨਾ ਮਰਜ਼ੀ ਲੈ ਲਓ ਉਹਨੂੰ ਇੱਕ ਵਾਰ ਸਿਮੀਲਰ ਕਰ ਦਿਓ। ਅਤੇ ਪ੍ਰੈਸ਼ਰ ਵੀ ਮੰਨ ਲਓ ਪਹਿਲਾਂ 1 ਐਟਮੋਸਫੀਅਰਿਕ ਸੀਗਾ, ਫਿਰ ਤੁਸੀਂ 3 ਐਟਮੋਸਫੀਅਰਿਕ ਲੈ ਲਿਆ, ਜਾਂ ਕੁਛ ਵੀ ਮੀਨਸ ਚੇਂਜ ਨਹੀਂ ਕਰਨੀਆਂ ਕੰਡੀਸ਼ਨ ਸੇਮ ਰਹਿਣੀਆਂ ਚਾਹੀਦੀਆਂ ਜਿਹੜੀਆਂ ਤੁਸੀਂ ਪਹਿਲਾਂ ਲੈ ਲਈਆਂ ਜਦੋਂ ਵੀ ਐਕਸਪੈਰੀਮੈਂਟ ਪਰਫੋਰਮ ਕਰਦੇ ਹੋ। ਠੀਕ ਹੈ, under the similar conditions of temperature and pressure, whenever gases react together, the volumes of the reacting gases as well as the product bears a simple whole number ratio. ਕਹਿੰਦੇ ਜਿਹੜੀਆਂ ਗੈਸਿਸ ਨੇ ਰਿਐਕਟ ਕਰਨਾ ਹੈ ਪਲੱਸ ਜਿਹੜਾ ਪ੍ਰੋਡਕਟ ਬਣਨਾ ਹੈ, ਇਹਨਾਂ ਦੇ ਜਿਹੜੇ ਵੋਲੀਊਮ ਕੰਬਾਈਨ ਹੋਣਗੇ ਉਹਨਾਂ ਦੀ ਰੇਸ਼ੀਓ ਕੀ ਆਊਗੀ, ਸਿੰਪਲ ਹੋਲ ਨੰਬਰ। ਠੀਕ ਹੈ, ਮੰਨ ਲਓ ਆਪਾਂ ਹਾਈਡਰੋਜਨ ਅਤੇ ਕਲੋਰੀਨ ਨੂੰ ਰਿਐਕਟ ਕਰਾ ਰਹੇ ਹਾਂ ਅਤੇ ਆਪਣੇ ਕੋਲ HCl ਬਣ ਰਿਹਾ।
ਔਰ ਇਹ ਲॉ ਸਪੈਸ਼ਲੀ ਗੈਸਿਸ ਲਈ ਹੈ, ਠੀਕ ਹੈ। ਕਿ ਹਾਈਡਰੋਜਨ ਦਾ ਇੱਕ ਵੋਲਿਊਮ ਇੱਥੇ ਇੱਕ ਲੱਗਿਆ, ਇਹਦੀ ਬੈਲੈਂਸਡ ਕਰ ਲੈਣੀ ਹੈ। ਬੈਲੈਂਸਿੰਗ ਤੋਂ ਬਾਅਦ ਤੁਹਾਨੂੰ ਪਤਾ ਲੱਗੂ ਕਿੰਨੇ ਵੋਲਿਊਮ ਹੈ। ਇਹਦਾ ਵੀ ਕਲੋਰੀਨ ਦਾ ਵੀ ਕਿੰਨਾ ਹੈ, 1 ਹੈ। ਅਤੇ HCl ਦੇ ਕਿੰਨੇ ਵੋਲਿਊਮ ਬਣ ਰਹੇ ਆ, 2। ਇਹਨਾਂ ਦੀ ਤਿੰਨਾਂ ਦੀ ਰੇਸ਼ੀਓ ਲੈ ਲਓ। ਇਹ ਕੀ ਆਪਣੇ ਕੋਲ ਸਿੰਪਲ ਹੋਲ ਨੰਬਰ। ਇਹੀ ਐਕਸਪੈਰੀਮੈਂਟ ਤੁਸੀਂ 1 ਘੰਟੇ ਬਾਅਦ ਪਰਫੋਰਮ ਕਰੋ ਅੰਡਰ ਸਿਮਿਲਰ ਕੰਡੀਸ਼ਨਸ ਚੇਂਜ ਨਹੀਂ ਹੋਣੀਆਂ ਚਾਹੀਦੀਆਂ, ਤਾਂ ਵੀ ਰੇਸ਼ੀਓ ਤੁਹਾਡੇ ਕੋਲ ਕੀ ਆਊਗੀ, ਸੇਮ ਆਊਗੀ। ਜੇ ਤੁਸੀਂ ਕੰਡੀਸ਼ਨਸ ਚੇਂਜ ਕਰੋਗੇ ਤਾਂ ਰੇਸ਼ੀਓ ਡਿਫਰੈਂਟ ਆ ਸਕਦੀ ਹੈ। ਕਲੀਅਰ। ਤਾਂ ਅੰਡਰ ਸਿਮਿਲਰ ਕੰਡੀਸ਼ਨਸ ਆਫ ਟੈਂਪਰੇਚਰ ਐਂਡ ਪ੍ਰੈਸ਼ਰ। Next we will discuss about the numerical based over these 5 laws that we will discuss in the next session.